ਹੈਲੋ ਬੇਟਾ, ਹੁਣ ਵਾਰੀ ਆ ਗਈ ਤੁਹਾਡੀ ਸੈਲਫ ਚੈੱਕ ਕਰਨ ਦੀ। ਆਨਸਰਸ ਦੇ ਸਮੇਤ ਇਹ ਸਾਰੀ ਵੀਡੀਓ ਹੈ। ਤੁਸੀਂ ਆਪਣੇ ਆਨਸਰਸ ਦੇ ਨਾਲ ਮੇਲ ਕਰਾ ਕੇ ਜਿੰਨੇ ਤੁਹਾਡੇ ਇਮਾਨਦਾਰੀ ਨਾਲ ਮਾਰਕਸ ਬਣਦੇ ਹੈ ਉਹ ਲਗਾ ਕੇ ਪਿਕ ਖਿੱਚਣੀ ਹੈ ਅਤੇ ਵਟਸਐਪ ਗਰੁੱਪ ਵਿੱਚ ਸੈਂਡ ਕਰ ਦੇਣੀ ਹੈ। ਸ਼ਾਬਾਸ਼ ਬੇਟਾ, ਵੈਰੀ ਗੁੱਡ। ਅੱਜ ਦਾ ਟੌਪਿਕ ਹੈ ਫੰਡਾਮੈਂਟਲ ਰਾਈਟਸ, ਯਾਨੀ ਕਿ ਮੌਲਿਕ ਅਧਿਕਾਰ। ਤੁਹਾਨੂੰ ਪਤਾ ਹੀ ਹੈ ਇਹ ਲੈਸਨ ਆਪਾਂ ਪਿਛਲੇ 4 ਦਿਨਾਂ 'ਚ ਕੰਪਲੀਟ ਕੀਤਾ ਕੁਇਜ਼ ਦੇ ਰੂਪ ਵਿੱਚ, ਅਤੇ ਉਹ ਚਾਰੇ ਲਿੰਕ ਤੁਹਾਨੂੰ ਕੁਇਜ਼ ਤੋਂ ਪਹਿਲਾਂ ਫਾਰਵਰਡ ਕਰ ਦਿੱਤੇ ਗਏ ਸੀ। ਹੁਣ ਮੈਨੂੰ ਪਤਾ ਤੁਸੀਂ ਪੂਰੀ ਤਿਆਰੀ ਨਾਲ ਹੋ। ਚਲੋ ਆ ਗਿਆ ਪਹਿਲਾ ਸਵਾਲ। ਸਵਾਲ ਹੈ, ਭਾਰਤੀ ਸੰਵਿਧਾਨ ਦੁਆਰਾ ਭਾਰਤ ਦੇ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਹਨ? How many fundamental rights are provided by Indian Constitution to its citizens? ਭਾਰਤੀ ਸੰਵਿਧਾਨ ਦੁਆਰਾ ਭਾਰਤੀ ਨਾਗਰਿਕਾਂ ਨੂੰ ਕਿੰਨੇ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਹਨ? ਇਸ ਦੇ ਆਪਸ਼ਨਸ ਹਨ ਬੇਟਾ A4, B5, C6 और D7। A4, B5, C6 या D7। And the correct answer is अगला प्रश्न है बेटा, कैबिनेट मिशन ने किस साल ਵਿੱਚ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਸਿਫਾਰਿਸ਼ ਕੀਤੀ ਸੀ? In which year did Cabinet Mission recommend fundamental rights for Indian people? ਕਿਸ ਸਾਲ ਵਿੱਚ ਕੈਬਨਿਟ ਮਿਸ਼ਨ ਨੇ ਭਾਰਤੀ ਲੋਕਾਂ ਲਈ ਮੌਲਿਕ ਅਧਿਕਾਰਾਂ ਦੀ ਸਿਫਾਰਿਸ਼ ਕੀਤੀ ਸੀ? ਇਸ ਦੇ ਆਪਸ਼ਨਸ ਹਨ ਬੇਟਾ A 1946, B 1947, C 1950 और D 1952। ਪੰਜਾਬੀ ਵਿੱਚ A 1946, B 1947, C 1950 या D 1952। and the correct answer is ਅਗਲਾ ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ? In which part of our constitution are fundamental rights included? ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ? ਇਸ ਦੇ ਆਪਸ਼ਨਸ ਹਨ ਬੇਟਾ A ਪਾਰਟ 1, B ਪਾਰਟ 2, C ਪਾਰਟ 3 और D ਪਾਰਟ 4। A ਪਾਰਟ 1 ਭਾਗ 1, B ਭਾਗ 2, C ਭਾਗ 3 या D ਭਾਗ 4। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਸਾਲ ਵਿੱਚ ਬਾਲ ਗੰਗਾਧਰ ਤਿਲਕ ਨੇ ਬ੍ਰਿਟਿਸ਼ ਗੌਰਮੈਂਟ ਨੂੰ ਸਵਰਾਜ ਬਿੱਲ ਪਾਸ ਕਰਨ ਲਈ ਕਿਹਾ ਸੀ? In which year did Bal Gangadhar Tilak ask the British government to pass Swaraj Bill? ਕਿਸ ਸਾਲ ਵਿੱਚ ਬਾਲ ਗੰਗਾਧਰ ਤਿਲਕ ਨੇ ਬ੍ਰਿਟਿਸ਼ ਸਰਕਾਰ ਨੂੰ ਸਵਰਾਜ ਬਿੱਲ ਪਾਸ ਕਰਨ ਲਈ ਕਿਹਾ ਸੀ? ਦੇ ਆਪਸ਼ਨਸ ਹਨ ਬੇਟਾ A 1885, B 1895, C 1905, D 1915। ਪੰਜਾਬੀ ਵਿੱਚ A 1885, B 1895, C 1905 या D 1915। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਇਹਨਾਂ ਵਿੱਚੋਂ ਕਿਹੜੀ ਗੱਲ ਮੌਲਿਕ ਅਧਿਕਾਰਾਂ ਬਾਰੇ ਸਹੀ ਹੈ? Which of the following is true about fundamental rights? ਇਹਨਾਂ ਵਿੱਚੋਂ ਕਿਹੜੀ ਗੱਲ ਮੌਲਿਕ ਅਧਿਕਾਰਾਂ ਬਾਰੇ ਸਹੀ ਹੈ?
ਇਸ ਦੇ ਆਪਸ਼ਨਸ ਹਨ ਬੇਟਾ, ਇਹ ਨਿਰਸਵਾਰਥ ਜਾਂ ਉਦਾਰ ਹੁੰਦੇ ਹਨ। ਬੀ, ਇਹਨਾਂ ਦਾ ਮੁੱਖ ਉਦੇਸ਼ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ। ਸੀ, ਇਹ ਨੈਤਿਕਤਾ ਦੇ ਆਧਾਰ ਤੇ ਹੋਣੇ ਚਾਹੀਦੇ ਹਨ, ਆਧਾਰਿਤ ਹੋਣੇ ਚਾਹੀਦੇ ਹਨ। ਜਾਂ ਡੀ, ਇਹ ਸਾਰੇ ਹੀ। ਇੰਗਲਿਸ਼ ਵਿੱਚ A, they are generous. B, their objective is welfare of the people. C, they should be based on morality. Or D, all of these. And the correct answer is ਅਗਲਾ ਪ੍ਰਸ਼ਨ ਹੈ ਬੇਟਾ, ਇਹਨਾਂ ਵਿੱਚੋਂ ਭਾਰਤ ਵਿੱਚ ਹੁਣ ਕਿਹੜਾ ਮੌਲਿਕ ਅਧਿਕਾਰ ਨਹੀਂ ਹੈ? Which of the following is not a fundamental right in India now? ਇਹਨਾਂ ਵਿੱਚੋਂ ਕਿਹੜਾ ਭਾਰਤ ਵਿੱਚ ਹੁਣ ਮੌਲਿਕ ਅਧਿਕਾਰ ਨਹੀਂ ਹੈ? ਇਸ ਦੇ ਆਪਸ਼ਨਸ ਹਨ ਬੇਟਾ, A, ਸਮਾਨਤਾ ਦਾ ਅਧਿਕਾਰ। B, ਸੁਤੰਤਰਤਾ ਦਾ ਅਧਿਕਾਰ। C, ਸੰਪਤੀ ਦਾ ਅਧਿਕਾਰ। ਔਰ D, ਇਹ ਸਾਰੇ ਹੀ। I repeat, A, right to equality. B, right to liberty. C, right to property. Or D, all of these. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰਾਂ ਦਾ ਭਾਰਤ ਵਿੱਚ ਇੱਕ ਸਰੂਪ ਹੈ ਜਾਂ ਨੇਚਰ ਹੈ? I repeat, which of the following is the nature of fundamental rights in India? ਇਹਨਾਂ ਵਿੱਚੋਂ ਕਿਹੜਾ ਭਾਰਤ ਵਿੱਚ ਮੌਲਿਕ ਅਧਿਕਾਰਾਂ ਦਾ ਇੱਕ ਸਰੂਪ ਹੈ? ਪ੍ਰਸ਼ਨ ਹੈ, ਭਾਰਤ ਵਿੱਚ ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰਾਂ ਦਾ ਇੱਕ ਸਰੂਪ ਹੈ? ਤੇ ਆਪਸ਼ਨਸ ਹਨ, A, ਬਹੁਤ ਲੰਬੇ ਹਨ। B, ਵਿਸਤ੍ਰਿਤ ਹਨ। C, ਸਕਾਰਾਤਮਕ ਅਤੇ ਨਕਾਰਾਤਮਕ ਸੁਭਾਅ ਦੇ ਹਨ। ਜਾਂ D, ਇਹ ਸਾਰੇ ਹੀ ਹਨ। I repeat, A, very lengthy. B, extensive. C, positive and negative nature. Or D, all of these. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਇਹਨਾਂ ਵਿੱਚੋਂ ਕਿਹੜਾ ਅਧਿਕਾਰ ਭਾਰਤ ਵਿੱਚ ਵਿਦੇਸ਼ੀਆਂ ਨੂੰ ਵੀ ਪ੍ਰਦਾਨ ਕੀਤਾ ਗਿਆ ਹੈ? Which of the following right is also enjoyed by foreigners in India? ਭਾਰਤ ਵਿੱਚ ਵਿਦੇਸ਼ੀਆਂ ਦੁਆਰਾ ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਮਿਲਿਆ ਹੈ ਜਾਂ ਉਹਨਾਂ ਨੂੰ ਪ੍ਰਦਾਨ ਕੀਤਾ ਗਿਆ ਹੈ ਜਾਂ ਉਹ ਇਸ ਅਧਿਕਾਰ ਦਾ ਆਨੰਦ ਮਾਣਦੇ ਹਨ? ਤੇ ਆਪਸ਼ਨਸ ਹਨ ਬੇਟਾ, ਭਾਸ਼ਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ। B, ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਤੀਸਰਾ, ਸੰਘ ਬਣਾਉਣ ਦਾ ਅਧਿਕਾਰ ਜਾਂ ਆਜ਼ਾਦੀ। ਜਾਂ D, ਇਹਨਾਂ ਵਿੱਚੋਂ ਕੋਈ ਵੀ ਨਹੀਂ। ਇਨ ਇੰਗਲਿਸ਼, A, freedom of speech and expression. B, right to freedom of religion. C, freedom to form associations. Or D, none of these. and the correct answer is ਅਗਲਾ ਪ੍ਰਸ਼ਨ ਹੈ ਬੇਟਾ, ਖਾਲੀ ਸਥਾਨ ਭਰਨਾ ਹੈ। ਭਾਰਤ ਵਿੱਚ ਡੈਸ਼ ਲਈ ਮੌਲਿਕ ਅਧਿਕਾਰ ਸੀਮਤ ਹਨ। ਫੰਡਾਮੈਂਟਲ ਰਾਈਟਸ ਆਰ ਰਿਸਟ੍ਰਿਕਟਿਡ ਫॉर ਡੈਸ਼ ਇਨ ਇੰਡੀਆ। ਭਾਰਤ ਵਿੱਚ ਡੈਸ਼ ਲਈ ਮੌਲਿਕ ਅਧਿਕਾਰ ਸੀਮਤ ਹਨ। ਦੇ ਆਪਸ਼ਨਸ ਹਨ ਬੇਟਾ, A, doctors.
B. Armed forces, C. lawyers, or D. all of these? दोहराਉਂਦਾ ਹਾਂ। A. चिकित्सक या डॉक्टर, B. सशस्त्र बल, C. वकील या D. ये सारे ही। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਵਿੱਚ ਮੌਲਿਕ ਅਧਿਕਾਰਾਂ ਦਾ ਇਹਨਾਂ ਵਿੱਚੋਂ ਕਿਹੜਾ ਸਰੂਪ ਹੈ? Which of the following is the nature of fundamental rights in India? ਭਾਰਤ ਵਿੱਚ ਇਹਨਾਂ ਵਿੱਚੋਂ ਕਿਹੜਾ ਮੌਲਿਕ ਅਧਿਕਾਰਾਂ ਦਾ ਸਰੂਪ ਹੈ? ਤੇ ਆਪਸ਼ਨਸ ਹਨ ਬੇਟਾ, ਧਿਆਨ ਨਾਲ ਸੁਣਨਾ ਹੈ। ਇਹਨਾਂ ਦੀ ਉਲੰਘਣਾ ਨਹੀਂ ਹੋ ਸਕਦੀ। ਪਹਿਲਾ, B. ਇਹ ਸੀਮਤ ਹੁੰਦੇ ਹਨ। ਤੀਸਰਾ, C. ਇਹ ਨਾਗਰਿਕ ਅਤੇ ਰਾਜਨੀਤਿਕ ਦੋਨੋਂ ਤਰ੍ਹਾਂ ਦੇ, ਦੋਨੋਂ ਸਰੂਪ ਦੇ ਹੋ ਸਕਦੇ ਹਨ। ਜਾਂ D. ਇਹ ਸਾਰੇ ਹੀ। I repeat, they cannot be violated, B. they are limited, C. they are of civilian as well as political nature, or D. all of these? and the correct answer is ਇਹ ਪ੍ਰਸ਼ਨ ਵੀ ਬਹੁਤ ਦਿਲਚਸਪ ਹੈ ਬੇਟਾ, ਧਿਆਨ ਨਾਲ ਸੁਣਿਓ। ਇੱਕ ਵਿਅਕਤੀ ਦੁਆਰਾ ਆਪਣੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਜਾਣ ਦਾ ਅਧਿਕਾਰ ਵੀ ਇੱਕ ਮੌਲਿਕ ਅਧਿਕਾਰ ਹੈ ਤੇ ਉਸ ਦਾ ਨਾਂ ਡੈਸ਼ ਹੈ। ਰਾਈਟ ਟੂ ਗੋ ਟੂ ਕੋਰਟ ਟੂ ਇਨਫੋਰਸ ਵਨਸ ਰਾਈਟ is also a fundamental right named as dash। ਕਿਸੇ ਵਿਅਕਤੀ ਦੁਆਰਾ ਆਪਣੇ ਅਧਿਕਾਰ ਨੂੰ ਲਾਗੂ ਕਰਵਾਉਣ ਲਈ ਅਦਾਲਤ ਵਿੱਚ ਜਾਣ ਦਾ ਅਧਿਕਾਰ ਵੀ ਇੱਕ ਮੌਲਿਕ ਅਧਿਕਾਰ ਹੈ ਅਤੇ ਇਸ ਨੂੰ ਡੈਸ਼ ਨਾਮ ਦਿੱਤਾ ਗਿਆ ਹੈ। ਇਸ ਦੇ ਆਪਸ਼ਨਸ ਹਨ ਬੇਟਾ, A. ਸ਼ੋਸ਼ਣ ਦੇ ਵਿਰੁੱਧ ਅਧਿਕਾਰ, B. ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, C. ਸਮਾਨਤਾ ਦਾ ਅਧਿਕਾਰ ਜਾਂ D. ਸੁਤੰਤਰਤਾ ਦਾ ਅਧਿਕਾਰ। I repeat, A. right against exploitation, B. right to constitutional remedies, C. right to equality, or D. right to freedom? and the correct answer is ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕੈਦੀਆਂ ਦੇ ਅਧਿਕਾਰਾਂ ਬਾਰੇ ਦੱਸਦਾ ਹੈ? Which article of the Indian Constitution refers to rights regarding prisoners? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕੈਦੀਆਂ ਦੇ ਅਧਿਕਾਰਾਂ ਬਾਰੇ ਦੱਸਦਾ ਹੈ? Options are A. Article 19, B. Article 20, C. Article 21, or D. Article 22? ਪੰਜਾਬੀ ਵਿੱਚ A. ਅਨੁਛੇਦ 19, B. ਅਨੁਛੇਦ 20, C. ਅਨੁਛੇਦ 21 ਜਾਂ D. ਅਨੁਛੇਦ 22? and the correct answer is ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਉਸਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਿਆ ਨਹੀਂ ਕੀਤਾ ਜਾ ਸਕਦਾ? In English, which article of the Indian Constitution provides that no person shall be deprived of his life or personal liberty according to the procedure established by law? ਇੱਕ ਵਾਰ ਫਿਰ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਵਿਵਸਥਾ ਕਰਦਾ ਹੈ
ਕਿ ਕਾਨੂੰਨ ਦੁਆਰਾ ਸਥਾਪਿਤ ਵਿਧੀ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਵਿਅਕਤੀਗਤ ਸੁਤੰਤਰਤਾ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਆਪਸ਼ਨਸ ਆਰ A ਆਰਟੀਕਲ 19, B ਆਰਟੀਕਲ 20, C ਆਰਟੀਕਲ 21 ਔਰ D ਆਰਟੀਕਲ 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ 6 ਵੱਖ-ਵੱਖ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ? Under which article of the Indian Constitution are 6 different types of freedom provided? ਭਾਰਤੀ ਸੰਵਿਧਾਨ ਦੇ ਕਿਸ ਅਨੁਛੇਦ ਅਧੀਨ 6 ਵੱਖ-ਵੱਖ ਤਰ੍ਹਾਂ ਦੀਆਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ? Options are A Article 19, B Article 20, C Article 21 और D Article 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। and the correct answer is ਪ੍ਰਸ਼ਨ ਹੈ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇੱਕੋ ਅਪਰਾਧ ਦੇ ਬਦਲੇ ਇੱਕ ਤੋਂ ਵੱਧ ਵਾਰ ਸਜ਼ਾ ਦੀ ਮਨਾਹੀ ਕਰਦਾ ਹੈ? In English, which article of the Indian Constitution prohibits punishment for the same offence more than once? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇੱਕ ਹੀ ਅਪਰਾਧ ਦੇ ਬਦਲੇ ਇੱਕ ਤੋਂ ਵੱਧ ਵਾਰ ਸਜ਼ਾ ਦੀ ਮਨਾਹੀ ਕਰਦਾ ਹੈ? Options are A Article 19, B Article 20, C Article 21 और D Article 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 19 ਅਧੀਨ ਹੇਠ ਲਿਖੀਆਂ ਵਿੱਚੋਂ ਕਿਹੜੀ ਸੁਤੰਤਰਤਾ ਜਾਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ? In English, which of the following freedom or freedoms are provided under Article 19 of the Indian Constitution? ਦੁਬਾਰਾ, ਭਾਰਤੀ ਸੰਵਿਧਾਨ ਦੇ ਅਨੁਛੇਦ 19 ਅਧੀਨ ਹੇਠ ਲਿਖੀਆਂ ਸੁਤੰਤਰਤਾਵਾਂ ਵਿੱਚੋਂ ਕਿਹੜੀ ਸੁਤੰਤਰਤਾ ਜਾਂ ਸੁਤੰਤਰਤਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ? Options are A freedom to form associations or unions, B freedom of speech and expression, C freedom to assemble peacefully and without arms, or D all of these। ਪੰਜਾਬੀ ਵਿੱਚ A ਸੰਗਠਨ ਜਾਂ ਸੰਘ ਬਣਾਉਣ ਦੀ ਸੁਤੰਤਰਤਾ, B ਭਾਸ਼ਣ ਅਤੇ ਵਿਚਾਰ ਪ੍ਰਗਟਾਉਣ ਦੀ ਸੁਤੰਤਰਤਾ, C ਸ਼ਾਂਤੀਪੂਰਨ ਅਤੇ ਬਿਨਾਂ ਹਥਿਆਰਾਂ ਤੋਂ ਇਕੱਠੇ ਹੋਣ ਦੀ ਸੁਤੰਤਰਤਾ, ਜਾਂ D ਇਹ ਸਾਰੀਆਂ ਹੀ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਪੂਰੇ ਭਾਰਤੀ ਖੇਤਰ ਵਿੱਚ ਬਿਨਾਂ ਰੋਕ ਟੋਕ ਦੇ ਘੁੰਮਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Which article of the Indian Constitution provides the freedom to move freely throughout the territory of India? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਸੰਪੂਰਨ ਭਾਰਤੀ ਖੇਤਰ ਦੇ ਵਿੱਚ ਬਿਨਾਂ ਰੋਕ ਟੋਕ ਤੋਂ ਘੁੰਮਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Options are A Article 19, B Article 20,
C. Article 21 or D. Article 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਿਸੇ ਵੀ ਤਰ੍ਹਾਂ ਦੇ ਕੰਮ ਜਾਂ ਕਿੱਤਾ, ਵਪਾਰ ਜਾਂ ਧੰਦੇ ਨੂੰ ਕਰਨ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ? Which article of the Indian Constitution provides the freedom to practice any profession or carry on any occupation, trade or business? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਿਸੇ ਵੀ ਤਰ੍ਹਾਂ ਦਾ ਕੰਮ ਜਾਂ ਕਹਿ ਲਓ ਕਿ ਕਿਸੇ ਵੀ ਕਿੱਤੇ, ਵਪਾਰ ਜਾਂ ਧੰਦੇ ਨੂੰ ਕਰਨ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? ਆਪਸ਼ਨਸ ਆਰ A. Article 19, B. Article 20, C. Article 21 or D. Article 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਰਹਿਣ ਜਾਂ ਵਸਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Which article of the Indian Constitution provides the freedom to reside and settle in any part of the territory of India? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਭਾਰਤ ਦੇ ਕਿਸੇ ਵੀ ਖੇਤਰ ਵਿੱਚ ਰਹਿਣ ਜਾਂ ਵਸਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? ਆਪਸ਼ਨਸ ਆਰ A. Article 19, B. Article 20, C. Article 21 or D. Article 22। ਪੰਜਾਬੀ ਵਿੱਚ A ਅਨੁਛੇਦ 19, B ਅਨੁਛੇਦ 20, C ਅਨੁਛੇਦ 21 ਜਾਂ D ਅਨੁਛੇਦ 22। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਦੱਸਦਾ ਹੈ ਕਿ ਕਿਸੇ ਵੀ ਬੱਚੇ ਨੂੰ ਜਿਸ ਦੀ ਉਮਰ 14 ਸਾਲ ਤੋਂ ਹੇਠਾਂ ਹੈ ਉਸ ਨੂੰ ਕਿਸੇ ਵੀ ਅਜਿਹੇ ਉਦਯੋਗ ਜਾਂ ਖਾਣਾ ਦੇ ਕੰਮ ਵਿੱਚ ਲਗਾਇਆ ਨਹੀਂ ਜਾ ਸਕਦਾ ਜਿਹੜੇ ਕਿ ਖਤਰਨਾਕ ਕਿਸਮ ਦੇ ਕਿੱਤੇ ਪ੍ਰਦਾਨ ਕਰਦੇ ਹਨ? Which article of the Indian Constitution provides that no child below the age of 14 years can be employed to work in any factory or mine or engaged in any other hazardous employment? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਉਪਬੰਧ ਕਰਦਾ ਹੈ ਕਿ 14 ਸਾਲ ਤੋਂ ਥੱਲੇ ਕਿਸੇ ਵੀ ਬੱਚੇ ਨੂੰ ਕਿਸੇ ਵੀ ਉਦਯੋਗ ਜਾਂ ਕਿਸੇ ਵੀ ਖਾਨ ਜਾਂ ਕਿਸੇ ਵੀ ਹੋਰ ਖਤਰਨਾਕ ਰੁਜ਼ਗਾਰ ਦੇਣ ਵਾਲੇ ਕੰਮ ਵਿੱਚ ਲਗਾਇਆ ਨਹੀਂ ਜਾ ਸਕਦਾ? ਆਪਸ਼ਨਸ ਆਰ A. Article 23, B. Article 24, C. Article 25 or D. Article 26। A ਅਨੁਛੇਦ 23, B ਅਨੁਛੇਦ 24, C ਅਨੁਛੇਦ 25 और D ਅਨੁਛੇਦ 26। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਮਨੁੱਖੀ ਵਪਾਰ ਜਾਂ ਅਜਿਹੇ ਕਿਸੇ ਵੀ ਤਰ੍ਹਾਂ ਦੇ ਬੰਧੂਆ ਜਾਂ ਬੇਕਾਰ ਮਜ਼ਦੂਰੀ ਵਾਲੇ ਕੰਮ ਤੋਂ ਮਨਾਹੀ ਕਰਦਾ ਹੈ? Which article of the Indian Constitution prohibits human trafficking
and other similar forms of forced labor। ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਮਨੁੱਖੀ ਵਪਾਰ ਜਾਂ ਕਿਸੇ ਵੀ ਤਰ੍ਹਾਂ ਦੇ ਬੇਗਾਰ ਮਜ਼ਦੂਰੀ ਤੋਂ ਮਨਾਹੀ ਕਰਦਾ ਹੈ? Options are A. Article 23, B. Article 24, C. Article 25 or D. Article 26। A. अनुच्छेद 23, B. अनुच्छेद 24, C. अनुच्छेद 25 और D. अनुच्छेद 26। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਾਰਮਿਕ ਅਤੇ ਪਰਉਪਕਾਰੀ ਕੰਮਾਂ ਦੇ ਵਾਸਤੇ ਅਤੇ ਧਰਮ ਦੇ ਪ੍ਰਚਾਰ ਲਈ ਸੰਗਠਨ ਜਾਂ ਸੰਸਥਾਵਾਂ ਸਥਾਪਿਤ ਕਰਨ ਅਤੇ ਚਲਾਉਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Which article of the Indian Constitution provides freedom to establish and maintain institutions for religious and charitable purposes and to preach any religion? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਾਰਮਿਕ ਅਤੇ ਪਰਉਪਕਾਰੀ ਉਦੇਸ਼ਾਂ ਦੇ ਲਈ ਅਤੇ ਧਰਮ ਦੇ ਪ੍ਰਚਾਰ ਦੇ ਲਈ ਸੰਸਥਾਵਾਂ ਸਥਾਪਿਤ ਕਰਨ ਅਤੇ ਚਲਾਉਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Options are A. Article 25, B. Article 26, C. Article 27 or D. Article 28। A. अनुच्छेद 25, B. अनुच्छेद 26, C. अनुच्छेद 27 या D. अनुच्छेद 28। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਆਪਣੀ ਅੰਤਰ ਆਤਮਾ ਦੇ ਮੁਤਾਬਕ ਚੱਲਣ ਅਤੇ ਕਿਸੇ ਵੀ ਧਰਮ ਨੂੰ ਮੰਨਣ ਜਾਂ ਵਿਸ਼ਵਾਸ ਰੱਖਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Which article of the Indian Constitution provides freedom of conscience and faith in any religion? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਆਪਣੀ ਅੰਤਰ-ਆਤਮਾ ਮੁਤਾਬਕ ਚੱਲਣ ਅਤੇ ਕਿਸੇ ਵੀ ਧਰਮ ਨੂੰ ਮੰਨਣ ਦੀ ਸੁਤੰਤਰਤਾ ਪ੍ਰਦਾਨ ਕਰਦਾ ਹੈ? Options are A. Article 25, B. Article 26, C. Article 27 or D. Article 28। A. अनुच्छेद 25, B. अनुच्छेद 26, C. अनुच्छेद 27 या D. अनुच्छेद 28। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਕਿਸੇ ਵੀ ਧਰਮ ਜਾਂ ਕਿਸੇ ਵੀ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਚਲਾਉਣ ਵਾਸਤੇ ਜਾਂ ਉਹਨਾਂ ਦੀ ਪ੍ਰਮੋਸ਼ਨ ਜਾਂ ਉਹਨਾਂ ਨੂੰ ਵਧਾਉਣ ਵਾਸਤੇ ਨਾਗਰਿਕਾਂ 'ਤੇ ਕਿਸੇ ਵੀ ਤਰ੍ਹਾਂ ਦਾ ਕਰ ਲਗਾਉਣ ਜਾਂ ਚੰਦਾ ਦੇਣ ਲਈ ਦੇਸ਼ ਦੀ ਸਰਕਾਰ ਮਜਬੂਰ ਨਹੀਂ ਕਰ ਸਕਦੀ? ਇਹ ਆਜ਼ਾਦੀ ਪ੍ਰਦਾਨ ਕਰਦਾ ਹੈ? Which article of the Indian Constitution provides freedom that state cannot compel any citizen to pay any taxes or donations for the promotion or maintenance of any particular religion or religious institutions? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਇਹ ਆਜ਼ਾਦੀ ਪ੍ਰਦਾਨ ਕਰਦਾ ਹੈ ਕਿ ਦੇਸ਼ ਦੀ ਸਰਕਾਰ ਕਿਸੇ ਖਾਸ ਧਰਮ ਜਾਂ ਧਾਰਮਿਕ ਸੰਸਥਾਵਾਂ ਨੂੰ ਚਲਾਉਣ ਲਈ, ਉਹਨਾਂ ਦਾ ਪ੍ਰਸਾਰ ਕਰਨ ਲਈ ਕਿਸੇ ਵੀ ਤਰ੍ਹਾਂ ਦਾ ਕਰ ਜਾਂ ਚੰਦਾ ਨਾਗਰਿਕਾਂ ਤੋਂ ਲੈਣ ਲਈ ਮਜਬੂਰ ਨਹੀਂ ਕਰ ਸਕਦੀ?
Options are A. Article 25, B. Article 26, C. Article 27, or D. Article 28. A. अनुच्छेद 25, B. अनुच्छेद 26, C. अनुच्छेद 27 या D. अनुच्छेद 28। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਰਮ ਅਤੇ ਭਾਸ਼ਾ ਦੇ ਆਧਾਰ ਤੇ ਅਲਪਸੰਖਿਅਕਾਂ ਨੂੰ ਯਾਨੀ ਘੱਟ ਗਿਣਤੀਆਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਅਤੇ ਉਹਨਾਂ ਨੂੰ ਚਲਾਉਣ ਦੇ ਅਧਿਕਾਰ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ ਜਾਂ ਅਧਿਕਾਰ ਪ੍ਰਦਾਨ ਕਰਦਾ ਹੈ। Which article of the Indian Constitution provides minority communities based on religion and language the right to establish and administer educational institutions of their choice? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਰਮ ਅਤੇ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਵਿਦਿਅਕ ਸੰਸਥਾਵਾਂ ਸਥਾਪਿਤ ਕਰਨ ਅਤੇ ਉਹਨਾਂ ਨੂੰ ਚਲਾਉਣ ਦਾ ਅਧਿਕਾਰ ਪ੍ਰਦਾਨ ਕਰਦਾ ਹੈ? Options are A. Article 29, B. Article 30, C. Article 32 ਜਾਂ D. None of these। ਪੰਜਾਬੀ ਵਿੱਚ A. ਅਨੁਛੇਦ 29, B. ਅਨੁਛੇਦ 30, C. ਅਨੁਛੇਦ 32 ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਰਮ ਅਤੇ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਆਪਣੀ ਸੰਸਕ੍ਰਿਤੀ, ਭਾਸ਼ਾ ਅਤੇ ਲਿਪੀ ਦੀ ਸੰਭਾਲ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ? Which article of the Indian Constitution provides minority communities based on religion and language the right to preserve its culture, language and script? ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਧਰਮ ਅਤੇ ਭਾਸ਼ਾ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਆਪਣੀ ਸੰਸਕ੍ਰਿਤੀ, ਆਪਣੀ ਭਾਸ਼ਾ ਅਤੇ ਆਪਣੀ ਲਿਪੀ ਦੀ ਸੰਭਾਲ ਕਰਨ ਦਾ ਅਧਿਕਾਰ ਪ੍ਰਦਾਨ ਕਰਦਾ ਹੈ? Options are A. Article 29, B. Article 30, C. Article 32 ਜਾਂ D. None of these। ਪੰਜਾਬੀ ਵਿੱਚ A. ਅਨੁਛੇਦ 29, B. ਅਨੁਛੇਦ 30, C. ਅਨੁਛੇਦ 32 ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? In which year was the 44th Constitutional Amendment Act passed? ਸਵਾਲ ਹੈ, ਕਿਸ ਸਾਲ 44ਵੀਂ ਸੰਵਿਧਾਨਕ ਸੋਧ ਦਾ ਕਾਨੂੰਨ ਪਾਸ ਕੀਤਾ ਗਿਆ? ਇਸ ਦੇ ਆਪਸ਼ਨਸ ਹਨ A. 1968, B. 1978, C. 1988 ਜਾਂ D. 1998। ਪੰਜਾਬੀ ਵਿੱਚ A. 1968, B. 1978, C. 1988 ਜਾਂ D. 1998। And the correct answer is ਹਾਂ ਬੇਟਾ, ਤੁਸੀਂ ਖਾਲੀ ਸਥਾਨ ਭਰਨਾ ਹੈ। ਸੰਪਤੀ ਦਾ ਅਧਿਕਾਰ
ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ ਰੱਖਿਆ ਗਿਆ ਸੀ। ਤੁਸੀਂ ਆਰਟੀਕਲ ਦੱਸਣਾ। ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਇਸ ਨੂੰ ਡੈਸ਼ ਵਿੱਚ ਰੱਖਿਆ ਗਿਆ ਸੀ। ਇਨ ਇੰਗਲਿਸ਼, ਰਾਈਟ ਟੂ ਪ੍ਰੋਪਰਟੀ was taken away from the list of fundamental rights and placed in a new dash as an ordinary legal right। ਪੰਜਾਬੀ 'ਚ ਦੁਹਰਾਉਂਦਾ ਹਾਂ। ਸੰਪਤੀ ਦਾ ਅਧਿਕਾਰ ਮੌਲਿਕ ਅਧਿਕਾਰਾਂ ਦੀ ਸੂਚੀ ਵਿੱਚੋਂ ਕੱਢ ਲਿਆ ਗਿਆ ਸੀ ਅਤੇ ਇਸ ਨੂੰ ਇੱਕ ਨਵੇਂ ਡੈਸ਼ ਵਿੱਚ ਆਰਟੀਕਲ ਦੱਸਣਾ ਇੱਕ ਸਧਾਰਨ ਕਾਨੂੰਨੀ ਅਧਿਕਾਰ ਦੇ ਤੌਰ 'ਤੇ ਰੱਖ ਦਿੱਤਾ ਗਿਆ ਸੀ। Options are A. Article 100A, B. Article 200A, C. Article 300A or D. Article 400A। ਪੰਜਾਬੀ ਵਿੱਚ ਅਨੁਛੇਦ 100A, B. ਅਨੁਛੇਦ 200A, C. ਅਨੁਛੇਦ 300A ਜਾਂ D. अनुच्छेद 400A। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਸਿੱਖਿਆ ਦਾ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਇੱਕ ਮੌਲਿਕ ਅਧਿਕਾਰ ਦੇ ਤੌਰ 'ਤੇ ਦਿੱਤਾ ਗਿਆ ਹੈ? ਅੰਡਰ ਵਿਚ ਆਰਟੀਕਲ ਇਜ਼ ਦਾ ਰਾਈਟ ਟੂ ਐਜੂਕੇਸ਼ਨ ਪ੍ਰੋਵਾਈਡਡ ਇਨ ਦੀ ਇੰਡੀਅਨ ਕੌਂਸਟੀਟਿਊਸ਼ਨ ਐਜ਼ ਅ ਫੰਡਾਮੈਂਟਲ ਰਾਈਟ। ਸਿੱਖਿਆ ਦੇ ਅਧਿਕਾਰ ਨੂੰ ਕਿਸ ਅਨੁਛੇਦ ਦੇ ਅਧੀਨ ਮੌਲਿਕ ਅਧਿਕਾਰ ਦੇ ਰੂਪ ਵਿੱਚ ਭਾਰਤੀ ਸੰਵਿਧਾਨ ਵਿੱਚ ਦਿੱਤਾ ਗਿਆ ਹੈ? ਇਸ ਦੇ ਆਪਸ਼ਨਸ ਹਨ A. ਆਰਟੀਕਲ 21A, B. ਆਰਟੀਕਲ 31A, C. ਆਰਟੀਕਲ 41A ਔਰ D. ਆਰਟੀਕਲ 51A। ਪੰਜਾਬੀ ਵਿੱਚ A. ਅਨੁਛੇਦ 21A, B. ਅਨੁਛੇਦ 31A, C. ਅਨੁਛੇਦ 41A ਔਰ D. ਅਨੁਛੇਦ 51A। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 29 ਅਤੇ 30 ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 29 to 30 of the Indian Constitution? ਭਾਰਤੀ ਸੰਵਿਧਾਨ ਵਿੱਚ ਅਨੁਛੇਦ 29 ਤੋਂ 30 ਦੇ ਵਿੱਚ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights or D. None of these। ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਸਵਾਲ ਹੈ, ਭਾਰਤੀ ਸੰਵਿਧਾਨ ਦੇ ਅਨੁਛੇਦ 32 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 32 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 32 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights or D. None of these। ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is
ਅਗਲਾ ਪ੍ਰਸ਼ਨ ਫਿਰ ਅਧਿਕਾਰਾਂ ਬਾਰੇ ਹੀ ਹੈ ਬੇਟਾ। ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦ ਅਧੀਨ ਕਿਹੜਾ ਮੌਲਿਕ ਅਧਿਕਾਰ ਦਿੱਤਾ ਗਿਆ ਹੈ? Which fundamental right is provided under Article 25 to 28 of the Indian Constitution? ਭਾਰਤੀ ਸੰਵਿਧਾਨ ਦੇ 25 ਤੋਂ 28 ਅਨੁਛੇਦਾਂ ਅਧੀਨ ਕਿਹੜੇ ਮੌਲਿਕ ਅਧਿਕਾਰ ਨੂੰ ਪ੍ਰਦਾਨ ਕੀਤਾ ਗਿਆ ਹੈ? Options are A. Right to constitutional remedies, B. Right to freedom of religion, C. Cultural and educational rights, or D. None of these. ਪੰਜਾਬੀ ਵਿੱਚ ਸੰਵਿਧਾਨਕ ਉਪਚਾਰਾਂ ਦਾ ਅਧਿਕਾਰ, B. ਧਾਰਮਿਕ ਸੁਤੰਤਰਤਾ ਦਾ ਅਧਿਕਾਰ, C. ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। And the correct answer is ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 19 to 22 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 19 ਤੋਂ 22 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? In English, which fundamental right is provided under Article 14 to 18 of the Indian Constitution? ਦੁਹਰਾਉਂਦਾ ਹਾਂ, ਭਾਰਤੀ ਸੰਵਿਧਾਨ ਦੇ ਅਨੁਛੇਦ 14 ਤੋਂ 18 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤੀ ਸੰਵਿਧਾਨ ਦੇ ਅਨੁਛੇਦ 23 ਅਤੇ 24 ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Which fundamental right is provided under Article 23 to 24 of the Indian Constitution? ਭਾਰਤੀ ਸੰਵਿਧਾਨ ਦੇ ਅਨੁਛੇਦ 23 ਤੋਂ 24 ਦੇ ਅਧੀਨ ਕਿਹੜਾ ਮੌਲਿਕ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ? Options are A. Right to equality, B. Right against exploitation, C. Right to freedom, or D. None of these. ਪੰਜਾਬੀ ਵਿੱਚ A. ਸਮਾਨਤਾ ਦਾ ਅਧਿਕਾਰ, B. ਸ਼ੋਸ਼ਣ ਦੇ ਵਿਰੁੱਧ ਅਧਿਕਾਰ, C. ਸੁਤੰਤਰਤਾ ਦਾ ਅਧਿਕਾਰ, ਜਾਂ D. ਇਹਨਾਂ ਵਿੱਚੋਂ ਕੋਈ ਵੀ ਨਹੀਂ। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਧਰਮ, ਨਸਲ, ਜਾਤੀ, ਜਨਮ ਸਥਾਨ ਆਦਿ ਦੇ ਆਧਾਰ 'ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? Under which article is the prohibition of every type of discrimination on grounds of religion, race, caste, place of birth, etc. is given? ਦੁਹਰਾਉਂਦਾ ਹਾਂ,
ਕਿਸ ਅਨੁਛੇਦ ਦੇ ਅਧੀਨ ਧਰਮ, ਜਾਤੀ, ਨਸਲ, ਜਨਮ ਸਥਾਨ ਆਦਿ ਦੇ ਆਧਾਰ 'ਤੇ ਹਰ ਤਰ੍ਹਾਂ ਦੇ ਭੇਦਭਾਵ ਦੀ ਮਨਾਹੀ ਕੀਤੀ ਗਈ ਹੈ? ਆਪਸ਼ਨਸ ਆਰ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਔਰ D ਆਰਟੀਕਲ 17। ਪੰਜਾਬੀ ਵਿੱਚ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਜਾਂ D ਆਰਟੀਕਲ 17। And the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਆਰ ਦਾ ਸਿਟੀਜ਼ਨ ਗਿਵਨ ਇਕੁਐਲਿਟੀ ਬਿਫੋਰ ਲਾਅ? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਕਾਨੂੰਨ ਦੇ ਸਾਹਮਣੇ ਸਮਾਨਤਾ ਜਾਂ ਬਰਾਬਰੀ ਦਿੱਤੀ ਗਈ ਹੈ? ਆਪਸ਼ਨਸ ਆਰ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਔਰ D ਆਰਟੀਕਲ 17। ਪੰਜਾਬੀ ਵਿੱਚ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਜਾਂ D ਆਰਟੀਕਲ 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਆਰ ਦਾ ਸਿਟੀਜ਼ਨਸ ਗਿਵਨ ਇਕੁਐਲਿਟੀ ਆਫ ਓਪਰਚੁਨਿਟੀ? ਕਿਸ ਅਨੁਛੇਦ ਦੇ ਅਧੀਨ ਨਾਗਰਿਕਾਂ ਨੂੰ ਅਵਸਰ ਦੀ ਸਮਾਨਤਾ ਦਿੱਤੀ ਗਈ ਹੈ? ਆਪਸ਼ਨਸ ਆਰ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਔਰ D ਆਰਟੀਕਲ 17। ਪੰਜਾਬੀ ਵਿੱਚ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਜਾਂ D ਆਰਟੀਕਲ 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਛੂਆ-ਛੂਤ ਦੀ ਬੁਰਾਈ ਖਤਮ ਕਰ ਦਿੱਤੀ ਗਈ ਹੈ? ਅੰਡਰ ਵਿਚ ਆਰਟੀਕਲ ਇਜ਼ ਦੀ ਈਵਲ ਆਫ ਅਨਟਚੇਬਿਲਿਟੀ ਅਬੋਲਿਸ਼ਡ? ਕਿਸ ਅਨੁਛੇਦ ਦੇ ਅਧੀਨ ਛੂਆ-ਛੂਤ ਦੀ ਬਿਮਾਰੀ ਜਾਂ ਬੁਰਾਈ ਖਤਮ ਕਰ ਦਿੱਤੀ ਗਈ ਹੈ? ਆਪਸ਼ਨਸ ਆਰ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਔਰ D ਆਰਟੀਕਲ 17। ਪੰਜਾਬੀ ਵਿੱਚ A ਆਰਟੀਕਲ 14, B ਆਰਟੀਕਲ 15, C ਆਰਟੀਕਲ 16 ਜਾਂ D ਆਰਟੀਕਲ 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਕਿਸ ਅਨੁਛੇਦ ਦੇ ਅਧੀਨ ਉਪਾਧੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ? ਅੰਡਰ ਵਿਚ ਆਰਟੀਕਲ ਆਰ ਦਾ ਟਾਈਟਲਸ ਅਬੋਲਿਸ਼ਡ? ਕਿਸ ਅਨੁਛੇਦ ਦੇ ਅਧੀਨ ਉਪਾਧੀਆਂ ਦਾ ਖਾਤਮਾ ਕਰ ਦਿੱਤਾ ਗਿਆ ਹੈ? ਆਪਸ਼ਨਸ ਆਰ A ਆਰਟੀਕਲ 18, B ਆਰਟੀਕਲ 19, C ਆਰਟੀਕਲ 16 ਔਰ D ਆਰਟੀਕਲ 17। ਧਿਆਨ ਦੇਣਾ, A ਅਨੁਛੇਦ 18, B ਅਨੁਛੇਦ 19, C ਅਨੁਛੇਦ 16 ਜਾਂ D ਅਨੁਛੇਦ 17। and the correct answer is ਅਗਲਾ ਪ੍ਰਸ਼ਨ ਹੈ ਬੇਟਾ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਵਰਗੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀਆਂ ਵਿਲੱਖਣ ਉਪਲਬਧੀਆਂ ਦੇ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? Who can give national honor awards like Bharat Ratan, Padam Vibhushan, Padam Bhushan and Padam Shri to any Indian for his or her remarkable achievements? ਦੁਹਰਾਉਂਦਾ ਹਾਂ, ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ
ਜਿਹੇ ਸਨਮਾਨ ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਵਿਲੱਖਣ ਉਪਲਬਧੀਆਂ ਬਦਲੇ ਕੌਣ ਪ੍ਰਦਾਨ ਕਰ ਸਕਦਾ ਹੈ? ਆਪਸ਼ਨਸ ਆਰ A President of India, B Vice President of India, C Prime Minister of India, or D Chief of Armed Forces. I repeat, A ਭਾਰਤ ਦੇ ਰਾਸ਼ਟਰਪਤੀ, B ਭਾਰਤ ਦੇ ਉਪ ਰਾਸ਼ਟਰਪਤੀ, C ਭਾਰਤ ਦੇ ਪ੍ਰਧਾਨ ਮੰਤਰੀ ਜਾਂ D ਸਸ਼ਸਤਰ ਬਲਾਂ ਦੇ ਮੁਖੀ। And the correct answer is ਪ੍ਰਸ਼ਨ ਹੈ ਭਾਰਤ ਦੀ ਸਰਵਉੱਚ ਅਦਾਲਤ ਦੀਆਂ ਸ਼ਕਤੀਆਂ ਨੂੰ ਕੌਣ ਵਧਾ ਸਕਦਾ ਹੈ ਪਰ ਘਟਾ ਨਹੀਂ ਸਕਦਾ? Who can increase the powers of the Supreme Court but cannot reduce it? ਭਾਰਤ ਦੀ ਸਰਵਉੱਚ ਅਦਾਲਤ ਦੀਆਂ ਸ਼ਕਤੀਆਂ ਕੌਣ ਵਧਾ ਸਕਦਾ ਹੈ ਪਰ ਘਟਾ ਨਹੀਂ ਸਕਦਾ? Options are A Indian Parliament, B President of India, C Supreme Court of India, or D Indian Constitution. I repeat, A ਭਾਰਤੀ ਸੰਸਦ, B ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C ਸਰਵਉੱਚ ਅਦਾਲਤ ਜਾਂ D ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ ਬੇਟਾ ਸਰਵਉੱਚ ਅਦਾਲਤ ਦੇ ਹਰ ਇੱਕ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? Who appoints every judge of Supreme Court? ਸਰਵਉੱਚ ਅਦਾਲਤ ਦੇ ਹਰੇਕ ਜੱਜ ਦੀ ਨਿਯੁਕਤੀ ਕੌਣ ਕਰਦਾ ਹੈ? Options are A Indian Parliament, B President of India, C Supreme Court of India, or D Indian Constitution. I repeat, A ਭਾਰਤੀ ਸੰਸਦ, B ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C ਸਰਵਉੱਚ ਅਦਾਲਤ ਜਾਂ D ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ ਬੇਟਾ ਸਰਵਉੱਚ ਅਦਾਲਤ ਦੇ ਜੱਜ ਨੂੰ ਕੇਵਲ ਦੁਰਵਿਹਾਰ ਅਤੇ ਅਯੋਗਤਾ ਦੇ ਕਾਰਨ ਕੌਣ ਹਟਾ ਸਕਦਾ ਹੈ? Who can remove a judge of Supreme Court only on the ground for misbehavior and incapacity? ਸਰਵਉੱਚ ਅਦਾਲਤ ਦੇ ਜੱਜ ਨੂੰ ਕੇਵਲ ਦੁਰਵਿਹਾਰ ਅਤੇ ਅਯੋਗਤਾ ਦੇ ਕਾਰਨ ਕੌਣ ਅਹੁਦੇ ਤੋਂ ਹਟਾ ਸਕਦਾ ਹੈ? Options are A Indian Parliament, B President of India, C Supreme Court of India, or D Indian Constitution. I repeat, A ਭਾਰਤੀ ਸੰਸਦ, B ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C ਸਰਵਉੱਚ ਅਦਾਲਤ ਜਾਂ D ਭਾਰਤੀ ਸੰਵਿਧਾਨ। and the correct answer is ਪ੍ਰਸ਼ਨ ਹੈ ਭਾਰਤ ਵਿੱਚ ਜੱਜਾਂ ਦੀ ਪਦਵੀ ਦੀ ਸੁਰੱਖਿਆ ਨੂੰ ਕੌਣ ਯਕੀਨੀ ਬਣਾਉਂਦਾ ਹੈ? Who ensures the security of the post of judges in India? ਭਾਰਤ ਵਿੱਚ ਜੱਜਾਂ ਦੀ ਪਦਵੀ ਦੀ ਸੁਰੱਖਿਆ ਨੂੰ ਯਕੀਨੀ ਕੌਣ ਬਣਾਉਂਦਾ ਹੈ? Options are A Indian Parliament, B President of India, C Supreme Court of India, or D Indian Constitution. I repeat, A ਭਾਰਤੀ ਸੰਸਦ, B ਭਾਰਤ ਦੇ ਮਹਾਮਹਿਮ ਰਾਸ਼ਟਰਪਤੀ, C ਸਰਵਉੱਚ ਅਦਾਲਤ ਜਾਂ D ਭਾਰਤੀ ਸੰਵਿਧਾਨ। and the correct answer is
ਅਗਲੀ ਕੁਇਜ਼ ਬੇਟਾ ਆਪਣੀ ਹੋਊਗੀ ਮਨੁੱਖੀ ਸੰਸਾਧਨ ਤੇ ਹਿਊਮਨ ਰਿਸੋਰਸਿਸ, ਜਿਹੜਾ ਪਾਰਟ 1 ਹੈ। ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਗਿਆ ਤੇ ਕੱਲ੍ਹ ਸੈਂਡ ਵੀ ਕਰ ਦਿੱਤਾ ਜਾਵੇਗਾ। ਤਦ ਤੱਕ ਲਈ ਬਾਏ ਬਾਏ।